ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ। ਅੱਜ ਆਪਾਂ ਵਾਰ ਦੀ 9ਵੀਂ ਪੌੜੀ ਦਾ ਵਿਚਾਰ ਕਰਨਾ। ਜਿਸ ਤਰ੍ਹਾਂ ਆਪਾਂ ਸ਼ੁਰੂ ਤੋਂ ਹੀ ਸ਼ਬਦ ਦਾ ਜ਼ਿਕਰ ਕਰਦੇ ਆ ਰਹੇ ਹਾਂ ਕਿ ਨਾਮ ਜਪਣਾ ਬਹੁਤ ਜ਼ਰੂਰੀ ਹੈ, ਔਰ ਵਾਕਿਆ ਹੀ ਸਾਨੂੰ ਹਰ ਬਾਣੀ ਦੇ ਵਿੱਚ, ਹਰ ਸ਼ਬਦ ਦੇ ਵਿੱਚ ਸਾਨੂੰ ਇਹ ਉਪਦੇਸ਼ ਮਿਲ ਰਿਹਾ ਹੈ। ਔਰ ਜਿਸ ਚੀਜ਼ ਦਾ ਸਭ ਤੋਂ ਜ਼ਿਆਦਾ ਉਪਦੇਸ਼ ਹੈ, ਅਸੀਂ ਉਹ ਕੰਮ ਸਭ ਤੋਂ ਘੱਟ ਕਰਦੇ ਹਾਂ, ਕਰਦੇ ਹੀ ਨਹੀਂ ਬਲਕਿ। ਅੱਜ ਆਪਾਂ 9ਵੀਂ ਪੌੜੀ ਦੀ ਵਿਚਾਰ ਕਰਨੀ ਹੈ, ਔਰ ਇੱਥੋਂ ਵਾਰ ਦਾ ਜਿਹੜਾ ਗਿਆਨ ਬਹੁਤ ਡੂੰਘਾ ਚਲਾ ਜਾਣਾ, ਔਰ ਇਸੇ ਆਧਾਰ ਤੇ ਆਪਾਂ ਅੱਗੇ ਵਧਦੇ ਪੂਰੀਆਂ 24 ਪੌੜੀਆਂ ਕਰਨੀਆਂ ਨੇ। ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਇਹ ਸ਼ਲੋਕ ਦੀ ਹੁਣ ਜਿੱਦਾਂ ਸਾਨੂੰ ਦੱਸਿਆ ਗਿਆ ਟੀਕਿਆਂ ਦੇ ਵਿੱਚ, ਕਹਿੰਦੇ ਜੀ ਜੇ ਇੰਨੀਆਂ ਪੋਥੀਆਂ ਪੜ੍ਹ ਲਈਏ ਜਿਨ੍ਹਾਂ ਨਾਲ ਕਈ ਗੱਡੀਆਂ ਭਰੀਆਂ ਜਾ ਸਕਦੀਆਂ ਨੇ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਾਏ ਜਾ ਸਕਣ, ਜੇ ਇੰਨੀਆਂ ਪੁਸਤਕਾਂ ਪੜ੍ਹ ਲਈਏ ਜਿਨ੍ਹਾਂ ਨਾਲ ਇੱਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ, ਟੋਏ, ਕਈ ਟੋਏ ਭਰੇ ਜਾ ਸਕਣ, ਖਾਤ ਟੋਏ ਨੂੰ ਕਹਿੰਦੇ। ਹੁਣ ਇਹ ਹਿਸਟਰੀ ਜਦੋਂ ਟਾਈਮ ਦੇ ਹਿਸਾਬ ਨਾਲ ਇਹ ਚੀਜ਼ ਬਾਚੀ, ਬਾਪੂ ਜੀ ਹੋਰਾਂ ਨੇ, ਕਈ ਚੀਜ਼ਾਂ ਸਾਹਮਣੇ ਆਈਆਂ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ। ਬੜੀ ਡੂੰਘੀ ਅੱਜ ਗੱਲ ਹੋਣੀ ਹੈ, ਬੜਾ ਧਿਆਨ ਨਾਲ ਆਪਾਂ ਵਿਚਾਰ ਸੁਣਨਾ। ਇਹ ਆਮ ਹੀ ਜਿਹੜੇ ਹੈ ਐਗਜ਼ਾਮਪਲ ਵੀ ਕਈ ਕਥਾਵਾਚਕ ਦਿੰਦੇ ਆ ਆਪਣੇ ਕਥਾ ਦੇ ਵਿੱਚ ਇਸ ਸ਼ਲੋਕ ਦੀ। ਹੁਣ ਹੁੰਦਾ ਕੀ ਸੀ ਕਿ ਧਾਰਮਿਕ ਅਖਾੜਿਆਂ ਵਿੱਚ ਗਿਆਨ ਚਰਚਾ ਕਰਨ ਵਾਸਤੇ ਪੁਰਾਣੇ ਦਿਨਾਂ ਦੇ ਵਿੱਚ ਧਾਰਮਿਕ ਅਖਾੜੇ ਲੱਗਦੇ ਸੀ, ਗਿਆਨ ਚਰਚਾ ਹੁੰਦੀ ਸੀ। ਇੰਨੇ ਸੂਝਵਾਨ ਸੀ ਲੋਕ ਵੀ ਆਰਾਮ ਨਾਲ ਬੈਠ ਕੇ ਗਿਆਨ ਦੀ ਸਾਂਝ ਪਾਉਂਦੇ। ਕੋਈ ਡਿਸਟਰੈਕਸ਼ਨ ਨਹੀਂ ਸੀ ਉਦੋਂ। ਲੋਕਾਂ ਦਾ ਪਰਮਾਤਮਾ ਤੇ ਅਕੀਦਾ ਵੀ, ਭਰੋਸਾ ਬੜਾ ਗੂੜਾ ਹੁੰਦਾ ਸੀ। ਹੁਣ ਧਾਰਮਿਕ ਅਖਾੜਿਆਂ 'ਚ ਗਿਆਨ ਚਰਚਾ ਕਰਨ ਲਈ ਵਿਦਵਾਨ ਲੋਕ ਕੀ ਕਰਦੇ ਸੀ, ਧਾਰਮਿਕ ਪੁਸਤਕਾਂ ਗੱਡੀਆਂ ਤੇ ਲੱਦ ਕੇ ਪਹੁੰਚਦੇ ਸੀ। ਤੇ ਜਿਹੜੇ ਗ੍ਰੰਥ ਜਾਂ ਧਾਰਮਿਕ ਪੁਸਤਕਾਂ ਗੱਡੀਆਂ ਤੇ ਨਹੀਂ ਲੱਦੀਆਂ ਜਾ ਸਕਦੀਆਂ, ਭਾਵ ਗੱਡਾ ਭਰ ਜਾਂਦਾ ਸੀ,
ਉਹ ਕੀ ਕਰਦੇ ਸੀ ਕਿ ਆਪਣੇ ਸਾਥੀਆਂ ਦੇ ਮੋਢਿਆਂ ਤੇ ਲੱਦ ਦਿੰਦੇ ਸੀ। ਹੁਣ ਧਿਆਨ ਨਾਲ ਇਸ ਗੱਲ ਨੂੰ ਵਿਚਾਰਨਾ। ਪੜ੍ਹ ਪੜ੍ਹ ਗੱਡੀ ਲੱਦੀ ਹੈ। ਵਿਦਵਾਨ ਲੋਕ ਗਿਆਨ ਚਰਚਾ ਕਰਨ ਵਾਸਤੇ, ਅਖਾੜਿਆਂ 'ਚ ਜਾਣ ਵਾਸਤੇ, ਧਾਰਮਿਕ ਅਖਾੜਿਆਂ 'ਚ ਜਾਣ ਵਾਸਤੇ ਧਾਰਮਿਕ ਪੁਸਤਕਾਂ ਗੱਡਿਆਂ ਤੇ ਲੱਦ ਕੇ ਪਹੁੰਚਦੇ ਸੀ, ਤੇ ਜਿਹੜੀਆਂ ਪੁਸਤਕਾਂ ਗੱਡਿਆਂ ਤੇ ਨਹੀਂ ਲੱਦੀਆਂ ਜਾ ਸਕਦੀਆਂ ਸੀ, ਉਹ ਆਪਣੇ ਸਾਥੀਆਂ ਦੇ ਮੋਢਿਆਂ ਤੇ ਰੱਖ ਦਿੰਦੇ ਸੀ, ਕਿਉਂਕਿ ਇਹ ਗਿਆਨ ਗੁਰੂ ਹੁੰਦੇ ਸੀ ਬੜੇ ਬੜੇ, ਔਰ ਉਹਨਾਂ ਦੇ ਕਈ ਕਈ ਚੇਲੇ ਹੁੰਦੇ ਸੀ ਅੱਗੇ। ਉਹ ਗੁਰੂ ਜੋ ਕਹਿੰਦਾ ਸੀ ਉਹ ਚੇਲੇ ਨੂੰ ਕਰਨਾ ਪੈਂਦਾ ਸੀ। ਇਹ ਹੈ ਇਹਦਾ ਮੀਨਿੰਗ। ਤਾਈਓ ਤੇ ਇਹ ਨਾਮ ਸੀ ਸਾਡੇ ਪੁਰਾਣੇ ਹਿੰਦੁਸਤਾਨ ਦੇ ਵਿੱਚ ਚਤੁਰਵੇਦੀ, 4 ਵੇਦਾਂ ਦਾ ਗਿਆਤਾ, ਤ੍ਰਿਵੇਦੀ, 3 ਵੇਦਾਂ ਦਾ ਗਿਆਤਾ। ਇਹ ਅੱਜ ਕੱਲ ਵੀ ਹੈ, ਇਹ ਗੋਤ ਵਗੈਰਾ ਚੱਲਦੇ ਨੇ, ਇਹ ਇੱਥੋਂ ਹੀ ਬਣੇ ਨੇ ਸਾਰੇ। ਸੋ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ। ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਕੇਵਲ ਧਾਰਮਿਕ ਪੁਸਤਕਾਂ ਦੀ ਪੜ੍ਹਾਈ ਦਾ ਇਜ਼ਹਾਰ ਹਉਮੈ ਦੇ ਬੰਧਨ ਨੇ। ਬੇੜੀ ਪਾਈ ਹੈ, ਬੇੜੀ ਕੋਈ ਬੋਟ ਨਹੀਂ ਹੈ। ਇਹ ਕਹਿੰਦੇ ਜੀ ਪੁਸਤਕਾਂ ਦੀ ਬੇੜੀ ਭਰ ਲਈਏ, ਨਹੀਂ। ਕੇਵਲ ਧਾਰਮਿਕ ਪੁਸਤਕਾਂ ਦੀ ਪੜ੍ਹਾਈ ਦਾ ਇਜ਼ਹਾਰ ਹਉਮੈ ਦੇ ਬੰਧਨ ਨੇ। ਹਉਮੈ ਦੀ ਬੇੜੀ ਦੀ ਗੱਲ ਹੈ। ਪੜ ਪੜ ਗੱਡੀਐ ਖਾਤ, ਤੇ ਐਸਾ ਗਿਆਨ ਕੇਵਲ ਹਉਮੈ ਦੇ ਟੋਇਆਂ ਵਿੱਚ ਹੀ ਸੁੱਟਦਾ। ਜੇ ਕੋਈ ਸਾਡੇ ਵਰਗਾ ਸੋਚ ਲੈਂਦਾ ਵੀ ਮੈਨੂੰ ਬੜਾ ਗਿਆਨ ਆ, ਹਉਮੈ ਹੋ ਜਾਂਦੀ ਹੈ, ਬੰਦਾ ਐਨ ਜ਼ਮੀਨ ਤੇ ਵੀ ਨਹੀਂ, ਟੋਏ ਦੇ ਵਿੱਚ ਜਾ ਕੇ ਡਿੱਗਦਾ ਹਉਮੈ ਦੇ ਕਰਕੇ। ਇੱਕ ਵਾਰ ਫੇਰ ਆਪਾਂ ਇਹ 2 ਤੁਕਾਂ ਦੁਹਰਾਉਂਦੇ ਹਾਂ। ਪੜ ਪੜ ਗੱਡੀ ਲੱਦੀ ਹੈ। ਧਾਰਮਿਕ ਅਖਾੜਿਆਂ 'ਚ ਗਿਆਨ ਚਰਚਾ ਕਰਨ ਵਾਸਤੇ ਵਿਦਵਾਨ ਲੋਕ ਧਾਰਮਿਕ ਪੁਸਤਕਾਂ ਗੱਡਿਆਂ ਤੇ ਲੱਦ ਕੇ ਪਹੁੰਚਦੇ ਸਨ, ਤੇ ਰਹਿੰਦੇ ਗ੍ਰੰਥ ਜਾਂ ਪੁਸਤਕਾਂ ਸਾਥੀਆਂ ਦੇ ਮੋਢਿਆਂ ਤੇ ਲੱਦ ਦਿੰਦੇ ਸੀ। ਬਾਬਾ ਨਾਨਕ ਕਹਿੰਦੇ ਕੇਵਲ ਧਾਰਮਿਕ ਪੁਸਤਕਾਂ ਦੀ ਪੜ੍ਹਾਈ ਦਾ ਇਜ਼ਹਾਰ ਹਉਮੈ ਦੇ ਬੰਧਨ ਨੇ। ਵੀ ਮੈਂ ਇੰਨੀਆਂ ਪੁਸਤਕਾਂ ਪੜ੍ਹੀਆਂ ਨੇ, ਮੈਨੂੰ 4 ਵੇਦਾਂ ਦਾ ਗਿਆਨ ਹੈ, ਇਹ ਹਉਮੈ ਹੀ ਹੈ। ਔਰ ਐਸਾ ਗਿਆਨ ਕੇਵਲ ਹਉਮੈ ਦੇ ਟੋਇਆਂ ਵਿੱਚ ਹੀ ਸੁੱਟਦਾ ਹੈ। ਪੜ ਪੜ ਗੱਡੀਐ ਖਾਤ। ਹੋਰ ਅੱਗੇ ਚੱਲੀਏ। ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ। ਮਨਾ ਭਾਵੇਂ ਮਹੀਨੇ ਭਰ, ਸਾਲਾਂ ਬੱਧੀ ਧਾਰਮਿਕ ਪੁਸਤਕਾਂ ਦੀ ਪੜ੍ਹਾਈ ਕਰਦਾ ਰਹੋ, ਅਤੇ ਬੇਸ਼ੱਕ ਜਿੰਨਾ ਚਿਰ ਐਸੀ ਪੜ੍ਹਾਈ ਸਵਾਸਾਂ ਦੇ ਮੁੱਕਣ ਤੱਕ ਕਰਦਾ ਰਹੋ। ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਭਾਵੇਂ ਮਹੀਨੇ ਭਰ, ਸਾਲਾਂ ਬੱਧੀ ਧਾਰਮਿਕ ਪੁਸਤਕਾਂ ਦੀ ਪੜ੍ਹਾਈ ਕਰਦਾ ਰਹੋ, ਤੇ ਬੇਸ਼ੱਕ ਇਹ ਪੜ੍ਹਾਈ ਸਵਾਸਾਂ ਦੇ ਮੁੱਕਣ ਤੱਕ ਕਰਦਾ ਰਹੋ। ਨਾਨਕ ਜੋਤ ਕੀ ਕਹਿੰਦੀ ਹੈ, ਕੀ ਸਿੱਟਾ ਕੱਢਦੇ ਹੈ? ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ।
ਨਾਮ ਜਪਣਾ ਹੀ ਲੇਖੇ ਵਿੱਚ ਹੈ, ਬਾਕੀ ਸਭ ਹਉਮੈ ਦੇ ਪ੍ਰਭਾਵ ਹੇਠ ਝੱਖ ਮਾਰਨਾ ਹੀ ਹੈ। ਨਾਮ ਜਪਣਾ ਹੀ ਲੇਖੇ ਵਿੱਚ ਹੈ, ਬਾਕੀ ਸਭ ਹਉਮੈ ਦੇ ਪ੍ਰਭਾਵ ਹੇਠ ਝੱਖ ਮਾਰਨਾ ਹੀ ਹੈ। ਅੱਗੇ ਚਲੀਏ। ਮਹੱਲਾ ਪਹਿਲਾ। ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਲਿਖਾਰੀ ਲੋਕ ਜਿਹੜੇ ਹੈ ਉਹ ਕਿਤਾਬਾਂ ਲਿਖੀ ਜਾਂਦੇ ਹੈ ਤੇ ਪੜ੍ਹੀ ਜਾਂਦੇ ਹੈ। ਇਸੇ ਪੜ੍ਹਾਈ ਵਿੱਚ ਉਹ ਆਪਣੇ ਆਪ ਨੂੰ ਤਜਰਬੇਕਾਰ ਵੀ ਸਮਝਦੇ ਨੇ। ਕੜਿਆ, ਕੜਿਆ ਇੱਥੇ ਆਊਗਾ ਤਜਰਬੇਕਾਰ। ਲਿਖਾਰੀ ਲੋਕ ਕਿਤਾਬਾਂ ਲਿਖੀ ਜਾਂਦੇ ਹੈ ਤੇ ਪੜ੍ਹੀ ਜਾਂਦੇ ਹੈ। ਇਸੇ ਪੜ੍ਹਾਈ 'ਚ ਆਪਣੇ ਆਪ ਨੂੰ ਉਹ ਕੜਿਆ ਸਮਝਦੇ ਆ, ਤਜਰਬੇਕਾਰ ਸਮਝਦੇ ਆ। ਬਹੁ ਤੀਰਥ ਭਵਿਆ ਤੇਤੋ ਲਵਿਆ। ਕਈ ਲੋਕਾਂ ਦਾ ਸ਼ੌਂਕ ਬਹੁਤੇ ਤੀਰਥਾਂ ਦੀ ਯਾਤਰਾ ਕਰਨਾ ਹੀ ਹੁੰਦਾ। ਸੋ ਐਸੀ ਤੀਰਥ ਯਾਤਰਾ ਹੰਕਾਰ ਦਾ ਕਾਰਨ ਬਣਦੀ ਹੈ ਤੇ ਰੱਬ ਤੋਂ ਦੂਰ ਕਰਦੀ। ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਰੱਬ ਦੀ ਖੁਸ਼ੀ ਹਾਸਲ ਕਰਨੀ ਜਾਂ ਕਰਨ ਵਾਸਤੇ ਭੇਖੀ ਬਣ ਕੇ ਸਰੀਰ ਨੂੰ ਕਸ਼ਟ ਦੇ ਕੇ ਭਗਤੀ ਦਾ ਪ੍ਰਗਟਾਵਾ ਕਰਦਾ ਬੰਦਾ। ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਖਾਸ ਕਿਸਮ ਦੀਆਂ ਡਰੈਸਾਂ ਪਾਉਂਦੇ ਆ, ਖਾਸ ਕਿਸਮ ਦੇ ਧਾਰਮਿਕ ਚਿੰਨ੍ਹ ਪਹਿਨਦੇ ਆ। ਇਹ ਦੇਹੀ ਨੂੰ ਦੁੱਖ ਦੇਣ ਵਾਲੀ ਗੱਲ ਹੈ। ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਸ਼ਹੁ ਜੀਆ ਆਪਣਾ ਕੀਆ। ਦੇਹੀ ਨੂੰ ਕਸ਼ਟ ਦੇ ਕੇ ਸਹਿਣਾ ਬੰਦੇ ਦੀ ਅਗਿਆਨਤਾ ਹੈ, ਪਰ ਇਹ ਕਰਤੇ ਪੁਰਖ ਨੂੰ ਕਦੇ ਕਬੂਲ ਨਹੀਂ। ਦੇਹੀ ਨੂੰ ਕਸ਼ਟ ਹੀ ਦੇਣੇ ਆ। ਠੰਡੇ ਪਾਣੀ ਦਾ ਇਸ਼ਨਾਨ ਸਵੇਰੇ ਉੱਠ ਕੇ ਠੰਡੇ ਪਾਣੀ ਨਾਲ ਕਹਿੰਦੇ ਜੀ ਨਹਾਓ, ਉਹ ਰੱਬ ਥੋੜਾ ਖੁਸ਼ ਹੋਊ ਇਹਦੇ ਨਾਲ। ਕਰੈਕਟਰ ਹੋਏ ਨਾ, ਸੱਚ ਹੋਏ ਨਾ ਅੰਦਰ। ਲਿਖ ਲਿਖ ਪੜਿਆ ਤੇਤਾ ਕੜਿਆ। ਬਹੁ ਤੀਰਥ ਭਵਿਆ ਤੇਤੋ ਲਵਿਆ। ਬਹੁ ਭੇਖ ਕੀਆ ਦੇਹੀ ਦੁਖ ਦੀਆ। ਸ਼ਹੁ ਵਿਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ। ਬਹੁ ਦੁਖ ਪਾਇਆ ਦੂਜਾ ਪਾਇਆ। ਅਕਾਲ ਪੁਰਖ ਦੀ ਖੁਸ਼ੀ ਹਾਸਲ ਕਰਨ ਵਾਸਤੇ ਭੇਖੀ ਬਣ ਕੇ ਸਰੀਰ ਨੂੰ ਕਸ਼ਟ ਦੇ ਕੇ ਭਗਤੀ ਦਾ ਪ੍ਰਗਟਾਵਾ, ਦੇਹੀ ਨੂੰ ਕਸ਼ਟ ਦੇ ਕੇ ਫਿਰ ਉਹਨੂੰ ਸਹਿਣਾ, ਇਹ ਸਭ ਬੰਦੇ ਦੀ ਅਗਿਆਨਤਾ। ਪਰ ਇਹ ਅਕਾਲ ਪੁਰਖ ਦੀ ਦਰਗਾਹ ਵਿੱਚ ਜਾਂ ਕਰਤੇ ਪੁਰਖ ਨੂੰ ਕਦੇ ਕਬੂਲ ਨਹੀਂ। ਹੱਠ ਕਬੂਲ ਨਹੀਂ ਹੈ ਉਹਨੂੰ। ਕਿਸੇ ਤਰ੍ਹਾਂ ਦੀ ਖਾਸ ਡਰੈਸ ਉਹਨੂੰ ਕਬੂਲ ਨਹੀਂ ਹੈ, ਵੇਸ ਉਹਨੂੰ ਕਬੂਲ ਨਹੀਂ ਹੈ। ਫਿਰ ਬੰਦਾ ਰੋਜ਼ੇ ਰੱਖਦਾ, ਵਰਤ ਰੱਖਦਾ, ਉਹ ਕੀ ਹੈ ਕਿ ਜ਼ਿੰਦਗੀ ਦੀ ਇੱਕ ਸਾਰਤਾ, ਲਾਈਫ ਦਾ ਜਿਹੜਾ ਆਨੰਦ ਹੈ ਉਹ ਗਵਾ ਬੈਠਦਾ।
ਅਤੇ ਦਵੈਤ ਬਿਰਤੀ ਕਰਕੇ ਦੁੱਖ ਝੱਲਦਾ। ਅੱਗੇ ਕਹਿੰਦੇ ਬਸਤਰ ਨਾ ਪਹਿਰੇ ਐਨ ਸਕਹਿਰੇ, ਪਿੰਡਾ ਹੰਡਾਉਣਾ, ਨੰਗੇ ਪਿੰਡੇ ਰਹਿਣਾ, ਤੇ ਮੌਸਮੀ ਠੰਡ ਤੇ ਗਰਮੀ ਝੱਲਣੀ। ਮੋਹਣੇ ਵਿਗੂਤਾ, ਮੌਨ ਧਾਰਨ ਕਰਨਾ, ਕਿਉਂ ਜਾਗੇ ਗੁਰ ਬਿਨ ਸੁੱਤਾ। ਇਹ ਸਭ ਅਸਲ ਜ਼ਿੰਦਗੀ ਤੋਂ ਖੁੰਝ ਜਾਣ ਦਾ ਪ੍ਰਤੀਕ ਹੈ। ਜੋ ਨੈਚੁਰਲ ਅਸੀਂ ਰਹਿਣਾ, ਸਾਡੀ ਲਾਈਫ ਜਿੱਦਾਂ ਦੇ ਨੈਚੁਰਲ ਤਰੀਕੇ ਦੇ ਨਾਲ ਸਾਡੀ ਲਾਈਫ ਚੱਲਦੀ ਹੈ, ਉਸੇ ਤਰ੍ਹਾਂ ਹੀ ਲਾਈਫ 'ਚ ਅਸੀਂ ਪਰਮਾਤਮਾ ਦਾ ਨਾਮ ਅਭਿਆਸ ਕਰਨਾ, ਪਰਮਾਤਮਾ ਦਾ ਸ਼ੁਕਰਾਨਾ ਕਰਨਾ। ਬਾਕੀ ਸਭ ਬਾਬੇ ਨਾਨਕ ਨੇ ਨਿਰਾ ਫਲ ਹੀ ਕਿਹਾ, ਕੋਈ ਫਲ ਨਹੀਂ ਲੱਗਣਾ। ਜਿੰਨੇ ਮਰਜ਼ੀ ਭੇਖ ਕਰ ਲਓ, ਦੇਹੀ ਨੂੰ ਕਸ਼ਟ ਦੇ ਲਓ, ਰੋਜ਼ੇ ਰੱਖ ਲਓ, ਵਰਤ ਰੱਖ ਲਓ, ਨੰਗੇ ਪਿੰਡੇ ਰਹਿ ਲਓ, ਠੰਡ ਸਹਾਰਨੀ, ਗਰਮੀ ਝੱਲਣੀ, ਮੌਨ ਰਹਿਣਾ, ਇਹ ਅਸਲ ਲਾਈਫ ਤੋਂ ਖੁੰਝ ਜਾਣ ਦਾ ਪ੍ਰਤੀਕ ਹੈ, ਅਸਲ ਜ਼ਿੰਦਗੀ ਤੋਂ ਵਾਂਝੇ ਹੋ ਜਾਣ ਦਾ ਪ੍ਰਤੀਕ ਹੈ। ਕਿਉਂ ਜਾਗੇ ਗੁਰ ਬਿਨ ਸੁੱਤਾ, ਮੋਨ ਵਿਗੂਤਾ, ਕਿਉਂ ਜਾਗੇ ਗੁਰ ਬਿਨ ਸੁੱਤਾ। ਮਾਇਆ ਦੀ ਨੀਂਦ ਸੁੱਤਾ ਬੰਦਾ ਪ੍ਰਭੂ ਕਿਰਪਾ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ। ਕਿਉਂ ਜਾਗੇ ਗੁਰ ਬਿਨ, ਗੁਰੂ ਤੋਂ ਬਿਨਾ, ਗੁਰ ਪ੍ਰਸਾਦ ਤੋਂ ਬਿਨਾ ਕਿਵੇਂ ਜਾਗ ਸਕਦਾ। ਪੱਗ ਉੱਪੇ ਤਾਣਾ, ਜੋਗੀ ਪੱਗ ਉੱਪੇ ਤਾਣਾ, ਇਹ ਕਈ ਜਿਹੜੇ ਸੰਗਤ 'ਚ ਹੁਣ ਇਸ ਵੇਲੇ ਬਜ਼ੁਰਗ ਬੈਠੇ ਨੇ, ਉਹ ਜੋਗੀ ਜਦੋਂ ਮੰਗਣ ਵਾਸਤੇ ਆਉਂਦੇ ਹੁੰਦੇ ਸੀ ਘਰ, ਸਾਧੂ ਜਿਹਨਾਂ ਨੂੰ ਸਾਧੂ ਵੀ ਕਹਿ ਦਿੰਦੇ ਸੀ, ਕਈ ਤਰ੍ਹਾਂ ਦੀਆਂ ਡਰੈਸਾਂ ਜਟਾਵਾਂ ਹੁੰਦੀਆਂ ਸੀ ਉਹਨਾਂ ਦੇ, ਭਗਵੇਂ ਭੇਸ ਹੁੰਦੇ ਸੀ, ਤੇ ਉਹ ਟਿਕ ਕੇ ਨਹੀਂ ਸੀ ਖੜਦੇ ਹੁੰਦੇ। ਉਹ ਜਦੋਂ ਮੰਗਣਾ ਉਹਨਾਂ ਨੇ ਬਾਟਾ ਜਿਹਾ ਫੜਿਆ ਹੋਣਾ, ਉਹ ਉਹਨਾਂ ਦੇ ਕਦਮ ਖੜੇ ਖੜੇ ਵੀ ਕਦਮ ਚਲਾਈ ਜਾਂਦੇ ਸੀ ਆਪਣੇ। ਇਹਨੂੰ ਕਹਿੰਦੇ ਪੱਗ ਉੱਪੇ ਤਾਣਾ, ਖੜੇ ਖੜੇ ਕਦਮ ਚਲਾਈ ਜਾਂਦੇ ਸੀ। ਆਪਣਾ ਕੀਆ ਕਮਾਣਾ, ਅਲਮਲ ਖਾਈ, ਸਿਰ ਛਾਈ ਪਾਈ, ਮੂਰਖਾਂ ਦੇ ਪੱਤ ਗਵਾਈ। ਐਸੇ ਜੋਗੀ ਜਦੋਂ ਖੈਰ ਮੰਗਣ ਜਾਂਦੇ ਸੀ ਤਾਂ ਨਿਰੰਤਰ ਕਦਮ ਤਾਲ ਕਰਦੇ ਰਹਿੰਦੇ ਸੀ। ਅਸਲ 'ਚ ਉਹ ਆਪਣੀ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਹੇ ਹੁੰਦੇ, ਦੇਹੀ ਨੂੰ ਦੁੱਖ ਦੇ ਰਹੇ। ਕਈ ਜੋਗੀ ਖੇ ਸਵਾਹ ਖਾ ਕੇ ਸਿਰ ਤੇ ਪਿੰਡੇ ਤੇ ਸਵਾਹ ਮਲੀ ਰੱਖਦੇ ਸੀ। ਮੂਰਖਾਂ ਦੇ ਪੱਤ ਗਵਾਈ। ਬਾਬਾ ਨਾਨਕ ਕਹਿੰਦੇ ਇਹ ਇੰਨੇ ਅਗਿਆਨੀ ਤੇ ਮੂਰਖ ਨੇ, ਇਹ ਇਨਸਾਨੀ ਰੁਤਬਾ ਵੀ ਖੋ ਬੈਠੇ ਆ। ਇਹਨਾਂ ਨੂੰ ਮਨੁੱਖਾ ਜਨਮ ਇੰਨਾ ਵਡਮੁੱਲਾ ਮਿਲਿਆ, ਇਹਨਾਂ ਨੇ ਆਪਣੀ ਹਾਲਤ ਜਿਹੜੀ ਹੈ ਉਹ ਜਾਨਵਰਾਂ ਤੋਂ ਵੀ ਭੈੜੀ ਕਰ ਲਈ ਹੈ। ਇਨਸਾਨੀ ਰੁਤਬਾ ਹੀ ਗਵਾਤਾ ਇਹਨਾਂ ਨੇ। ਵਿਣ ਨਾਵੇਂ ਕਿਛ ਥਾਏ ਨਾ ਪਾਈ। ਅਕਾਲ ਪੁਰਖ ਦੇ ਨਾਮ ਜਪਣ ਤੋਂ ਬਿਨਾ ਕੋਈ ਵੀ ਕਰਮ ਕਾਂਡ ਪ੍ਰਵਾਨ ਨਹੀਂ ਹੈ। ਕਰ ਲੋ ਹਾਈਲਾਈਟ, ਵਿਣ ਨਾਵੇਂ ਕਿਛ ਥਾਏ ਨਾ ਪਾਈ। ਰਹਿ ਬੇਬਾਣੀ ਮੜੀ ਮਸਾਣੀ,
ਕਈ ਸੰਨਿਆਸੀ ਉਜਾੜਾਂ 'ਚ, ਮੜੀਆਂ 'ਚ, ਮਸਾਣਾਂ 'ਚ ਰਹਿਣ ਦਾ ਢੋਂਗ ਕਰਦੇ। ਅੰਧ ਨਾ ਜਾਣੈ ਫਿਰ ਪਛਤਾਣੀ, ਐਸੇ ਮੂਰਖ ਰੱਬ ਵਾਲਾ ਰਸਤਾ ਨਹੀਂ ਸਮਝਦੇ, ਤੇ ਜਦੋਂ ਸਮਾਂ ਲੰਘ ਜਾਂਦਾ ਹੈ ਉਦੋਂ ਫਿਰ ਪਛਤਾਵਾ ਕਰਦੇ ਆ। ਫਿਰ ਪਛਤਾਣੀ, ਅੰਧ ਨਾ ਜਾਣੈ ਫਿਰ ਪਛਤਾਣੀ। ਹੁਣ ਥੋੜਾ ਜਿਹਾ ਬਾਬਾ ਨਾਨਕ ਸ਼ਲੋਕ ਦੀ ਕਲੋਜ਼ਿੰਗ ਕਰਨ ਲੱਗੇ ਆ, ਔਰ ਕਿੰਨਾ ਸੋਹਣਾ ਪਿਆਰ ਨਾਲ ਸਮਝਾਉਣ ਲੱਗੇ ਆ। ਸਤਿਗੁਰ ਭੇਟੇ ਸੋ ਸੁਖ ਪਾਏ। ਜੋ ਵੀ ਪ੍ਰਭੂ ਦੀ ਇਬਾਦਤ ਕਰੇਗਾ ਉਸੇ ਨੂੰ ਹੀ ਅੰਦਰਲਾ ਸ਼ਬਦ ਰੂਪੀ ਸੁਖ ਮਿਲ ਸਕੇਗਾ। ਸਤਿਗੁਰ ਭੇਟੇ ਸੋ ਸੁਖ ਪਾਏ। ਜੋ ਵੀ ਅਕਾਲ ਪੁਰਖ ਦਾ ਨਾਮ ਜਪੇਗਾ, ਭਗਤੀ ਕਰੇਗਾ, ਉਸੇ ਨੂੰ ਹੀ ਅੰਦਰਲਾ ਸ਼ਬਦ ਰੂਪੀ ਸੁਖ, ਜਿਹਨੂੰ ਆਪਾਂ ਪ੍ਰਕਾਸ਼ ਕਹਿ ਦਿੰਦੇ ਆ, ਮਿਲਾਪ ਕਹਿ ਦਿੰਦੇ ਆ, ਉਹ ਮਿਲ ਸਕੇਗਾ। ਹਰ ਕਾ ਨਾਮ ਮਨ ਵਸਾਏ, ਤੇ ਪ੍ਰਭੂ ਦਾ ਨਾਮ ਉਹਦੇ ਹਿਰਦੇ 'ਚ ਟਿਕ ਜਾਏਗਾ। ਨਾਨਕ ਨਦਰ ਕਰੇ ਸੋ ਪਾਏ, ਆ ਸੰਦੇਸੇ ਤੇ ਨਹਿ ਕੇਵਲ, ਹਉਮੈ ਸ਼ਬਦੇ ਜਲਾਏ। ਨਾਨਕ ਜੋਤ ਕੀ ਕਹਿੰਦੀ ਹੈ? ਜਿਸ ਤੇ ਵੀ ਪ੍ਰਭੂ ਦੀ ਰਹਿਮਤ ਹੈ, ਉਹੀ ਰੱਬ ਦੀ, ਅਕਾਲ ਪੁਰਖ ਦੀ ਨੇੜਤਾ ਹਾਸਲ ਕਰਦਾ ਹੈ। ਉਹ ਅਭਿਆਸੀ ਆਸਾਂ ਫਿਕਰਾਂ ਤੋਂ ਨਿਰਲੇਪ ਹੋ ਕੇ ਗੁਰਮੰਤਰ ਦਾ ਜਾਪ ਕਰਕੇ ਆਪਣੀ ਸਾਰੀ ਹਉਮੈ ਸਾੜ ਸੁੱਟਦਾ ਹੈ। ਹਉਮੈ ਸ਼ਬਦ ਦੇ ਨਾਲ ਆਪਣੀ ਹਉਮੈ ਸਾੜ ਸੁੱਟਦਾ ਹੈ। ਤਦੇ ਨੂੰ ਸਿਹਾਰੀ ਹੈ, ਇਹਦਾ ਭਾਵ ਹੈ ਸ਼ਬਦ ਦੇ ਨਾਲ, ਨਾਮ ਦੇ ਨਾਲ, ਭਗਤੀ ਦੇ ਨਾਲ। ਇੱਥੇ ਇਹ ਸ਼ਲੋਕ ਸਮਾਪਤ ਹੋ ਰਿਹਾ। ਅੱਗੇ ਪੌੜੀ ਵੱਲ ਵਧਦੇ ਹਾਂ। ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਅਕਾਲ ਪੁਰਖ ਨੂੰ ਉਹੀ ਭਗਤ ਪਿਆਰੇ ਨੇ, ਪ੍ਰਵਾਨ ਨੇ, ਜੋ ਉਸ ਦੀ ਬੰਦਗੀ ਕਰਕੇ ਉਸ ਦੇ ਦਰ ਤੇ ਕਬੂਲ ਹੋ ਜਾਂਦੀ। ਭਗਤ ਤੇਰਾ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਭਾਵ ਜੋ ਉਹਦੀ ਇਬਾਦਤ ਕਰਦੇ ਆ, ਔਰ ਇਬਾਦਤ ਕਰਦੇ ਕਰਦੇ ਹੀ ਉਹਦੇ ਦਰ ਤੇ ਪ੍ਰਵਾਨ ਹੋ ਜਾਂਦੀ, ਕਬੂਲ ਹੋ ਜਾਂਦੀ। ਨਾਨਕ ਕਰਮਾਂ ਬਾਹਰੇ, ਦਰ ਢੋ ਨਾ ਲਹਿਨੀ ਧਾਵਦੇ। ਜਿਨ੍ਹਾਂ ਦਾ ਮਨ ਹੀ ਨਹੀਂ ਟਿਕਿਆ, ਉਹ ਮਾੜੀ ਕਿਸਮਤ ਵਾਲੇ ਨੇ, ਮਾੜੇ ਕਰਮਾਂ ਵਾਲੇ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦੇ ਦਰ ਤੇ ਕੋਈ ਢੋਈ ਨਹੀਂ ਮਿਲਦੀ। ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਂਦਾ ਆਪ ਗਣਾਏ ਨੇ। ਕਿਉਂਕਿ ਇਸ ਅਸਲੀਅਤ ਨੂੰ ਉਹ ਸਮਝਦੇ ਹੀ ਨਹੀਂ ਕਿ ਰੱਬ ਪਰਮਾਤਮਾ ਕਰਤਾ ਪੁਰਖ ਸਾਡੇ ਅੰਦਰ ਹੈ, ਮੂਲ ਅੰਦਰ ਹੈ। ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਂਦਾ ਆਪ ਗਣਾਏ, ਤੇ ਬਿਨਾਂ ਵਜ੍ਹਾ ਆਪਣੇ ਆਪ ਨੂੰ ਵੱਡਾ ਸਦਵਾਈ ਜਾ ਰਹੇ।
ਭਗਤ ਤੇਰਾ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਨਾਨਕ ਕਰਮਾਂ ਬਾਹਰੇ, ਦਰ ਢੋ ਨ ਲਹਿਨੀ ਧਾਵਦੇ। ਕਰਤੇ ਪੁਰਖ ਨੂੰ ਉਹੀ ਭਗਤ ਪਿਆਰੇ ਹੈ ਜੋ ਉਹਦੀ ਭਗਤੀ ਕਰਕੇ ਉਹਦੇ ਦਰ ਤੇ ਪਹੁੰਚਦੇ ਆ, ਕਬੂਲੇ ਜਾਂਦੇ ਆ। ਨਾਨਕ ਜੋਤ, ਨਾਨਕ ਜੋਤ ਕੀ ਕਹਿੰਦੀ? ਜਿਨ੍ਹਾਂ ਦਾ ਮਨ ਨਹੀਂ ਟਿਕਿਆ ਉਹ ਮਾੜੇ ਕਰਮਾਂ ਵਾਲੇ, ਕਿਉਂਕਿ ਉਹਨਾਂ ਨੂੰ ਰੱਬ ਦੇ ਦਰ ਤੇ ਕੋਈ ਥਾਂ ਨਹੀਂ ਮਿਲਦੀ, ਕੋਈ ਢੋਈ ਨਹੀਂ ਮਿਲਦੀ, ਕਿਉਂਕਿ ਇਸ ਅਸਲੀਅਤ ਨੂੰ ਉਹ ਨਹੀਂ ਸਮਝਦੇ ਕਿ ਪਰਮਾਤਮਾ ਸਾਡੇ ਅੰਦਰ ਹੀ ਹੈ, ਤੇ ਬਿਨਾਂ ਵਜ੍ਹਾ ਆਪਣੇ ਆਪ ਨੂੰ ਵੱਡਾ ਕਹਾਉਂਦੇ ਆ। ਬਿਨਾਂ ਵਜ੍ਹਾ ਮਤਲਬ ਕੋਈ ਗੁਣਾਂ ਦੀ ਪੂੰਜੀ ਨਹੀਂ ਹੈ ਉਹਨਾਂ ਦੇ ਅੰਦਰ, ਪਰਮਾਤਮਾ ਦੇ ਗੁਣਾਂ ਦੀ ਕੋਈ ਪੂੰਜੀ ਨਹੀਂ ਹੈ, ਕੋਈ ਭਗਤੀ ਨਹੀਂ ਹੈ, ਤਾਂ ਵੀ ਆਪਣੇ ਆਪ ਨੂੰ ਉਹ ਵੱਡਾ ਅਖਵਾਉਂਦੇ ਆ। ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਪਰਮਾਤਮਾ ਸਾਡੇ ਅੰਦਰ ਹੀ ਹੈ। ਪੜ ਪੜ ਗੱਡੀ ਲੱਦੀ ਹੈ, ਇਹ ਨਿਰਾ ਗਿਆਨ ਲੈ ਲੈਣਾ ਕਾਫੀ ਨਹੀਂ ਹੈ। ਇਹ ਸਭ ਫਿਰ ਹਉਮੈ ਹੀ ਬਣ ਜਾਂਦੀ ਹੈ ਜੇਕਰ ਉਹ ਗਿਆਨ ਤੇ ਆਪ ਆਪਣਾ ਅਮਲ ਨਹੀਂ। ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਂਦਾ ਆਪ ਗਣਾਏ। ਇਹ ਨਹੀਂ ਪਤਾ ਲੱਗਿਆ ਕਿ ਪਰਮਾਤਮਾ ਦਾ ਵਾਸਾ ਸਾਡੇ ਅੰਦਰ ਹੀ ਹੈ। ਕਰਤੇ ਪੁਰਖ ਦੇ ਕੋਈ ਗੁਣ ਨਹੀਂ ਹੁੰਦੇ ਉਹਨਾਂ ਦੇ ਅੰਦਰ, ਔਰ ਫਿਰ ਵੀ ਉਹ ਆਪਣੇ ਆਪ ਨੂੰ ਵੱਡਾ ਕਹਾਉਂਦੇ ਆ। ਹੁਣ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ। हे ਵਾਹਿਗੁਰੂ, ਭਾਵੇਂ ਸਭ ਆਪਣੇ ਆਪ ਨੂੰ ਉੱਚੀ ਜਾਤ ਵਾਲੇ ਅਖਵਾਉਂਦੇ ਨੇ, ਪਰ ਮੈਂ ਨੀਵੀਂ ਜਾਤ ਵਾਲਾ ਤੇਰੇ ਦਰ ਦਾ ਮਾੜਾ ਜਿਹਾ ਢਾਡੀ। ਢਾਡੀ ਦਾ ਮਤਲਬ ਪਤਾ ਕੀ ਹੈ ਇੱਥੇ? ਹਉ ਢਾਡੀ ਕਾ ਨੀਚ ਜਾਤ। ਢਾਡੀ ਮਤਲਬ ਜਿੱਦਾਂ ਆਪਾਂ ਕਹਿੰਦੇ ਨੇ ਕੀਰਤਨੀਆਂ। ਅਸਲ ਕੀਰਤਨੀਆਂ ਉਹ ਹੈ ਜੋ ਭਗਤੀ ਕਰਦਾ। ਖਾਲੀ ਗਾਉਣਾ ਵਜਾਉਣਾ ਕੀਰਤਨ ਬਾਹਰਲਾ ਕੀਰਤਨ ਹੈ, ਠੀਕ ਹੈ, ਅੱਛਾ ਕੰਮ ਹੈ, ਲੇਕਿਨ ਜੇ ਉਸ ਕੀਰਤਨ ਤੇ ਆਪਣਾ ਹੀ ਬੰਦੇ ਦਾ ਅਮਲ ਨਹੀਂ ਹੈ ਤੇ ਉਹ ਫਿਰ ਹਉਮੈ ਦਾ ਕਾਰਨ ਬਣੇਗਾ। ਇਸੇ ਤਰ੍ਹਾਂ ਢਾਡੀ, ਇੱਥੇ ਢਾਡੀ ਕੀ ਹੈ? ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ। ਭਾਵੇਂ ਸਭ ਆਪਣੇ ਆਪ ਨੂੰ ਉੱਚੀ ਜਾਤ ਵਾਲੇ ਅਖਵਾਉਂਦੇ ਨੇ, ਪਰ ਮੈਂ ਨੀਵੀਂ ਜਾਤ ਵਾਲਾ ਤੇਰੇ ਦਰ ਦਾ ਮਾੜਾ ਜਿਹਾ ਢਾਡੀ ਹਾਂ, ਕਿ ਤੇਰੀ ਭਗਤੀ ਕਰਨ ਵਾਲਾ ਹਾਂ, ਤੇਰਾ ਨਾਮ ਜਪਣ ਵਾਲਾ ਹਾਂ, ਤੇਰੇ ਸ਼ਬਦ ਦਾ ਅਭਿਆਸ ਕਰਨ ਵਾਲਾ ਹਾਂ। ਪਰ ਜੋ ਵੀ ਤੇਰੀ ਬੰਦਗੀ ਕਰਦੇ ਨੇ, ਜਾਂ ਧਿਆਨ ਲਾਉਂਦੇ ਨੇ, ਜਾਂ ਧਿਆਉਂਦੇ ਨੇ, ਮੈਂ ਵੀ ਗਰੀਬੀ 'ਚ ਰਹਿ ਕੇ ਉਹਨਾਂ ਵਾਂਗਰ ਨਾਮ ਜਪਣ ਦੀ ਖੈਰ ਮੰਗਦਾ। ਤਿੰਨ ਮੰਗਾ ਜੇ ਤੁਝੇ ਧਿਆਏਂਦੇ, ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏਂਦੇ। ਤਿੰਨ ਮੰਗਾ ਜੇ ਤੁਝੇ ਧਿਆਏਂਦੇ, ਉਹਨਾਂ ਨੂੰ ਨਹੀਂ ਮੰਗਦਾ, ਉਹਨਾਂ ਵਾਂਗਰ ਜਿਹੜੇ ਤੇਰੀ ਭਗਤੀ ਕਰਦੇ ਨੇ। ਫਿਰ ਧਿਆਨ ਦਿਓ, ਭਾਵੇਂ ਸਭ ਆਪਣੇ ਆਪ ਨੂੰ ਉੱਚੀ ਜਾਤ ਵਾਲੇ ਵਿਖਾਉਂਦੇ ਨੇ, ਅਖਵਾਉਂਦੇ ਨੇ, ਪਰ ਮੈਂ ਨੀਵੀਂ ਜਾਤ ਵਾਲਾ ਤੇਰੇ ਦਰ ਦਾ ਮਾੜਾ ਜਿਹਾ ਢਾਡੀ ਹਾਂ, ਭਾਵ ਨਾਮ ਜਪਣ ਵਾਲਾ ਸੇਵਕ।
ਪਰ ਜੋ ਵੀ ਤੇਰੀ ਬੰਦਗੀ ਕਰਦੇ ਨੇ, ਤੈਨੂੰ ਧਿਆਉਂਦੇ ਨੇ, ਮੈਂ ਵੀ ਉਹਨਾਂ ਵਾਂਗ ਗਰੀਬੀ 'ਚ ਰਹਿ ਕੇ ਨਾਮ ਜਪਣ ਦੀ ਖੈਰ ਮੰਗਦਾ ਹਾਂ। ਪਰਮਾਤਮਾ ਤੋਂ ਕੇਵਲ ਤੇ ਕੇਵਲ ਨਾਮ ਜਪਣ ਦੀ ਖੈਰ ਮੰਗਿਆ ਕਰੋ, ਬਸ। ਤਿੰਨ ਮੰਗਾਂ ਜੇ ਤੁਝੇ ਧਿਆਏਂਦੇ, ਭਾਵ ਕਿ ਐਸੀ ਚੰਗੀ ਬਿਰਤੀ ਵਾਲੇ ਲੋਕਾਂ ਨੂੰ ਫੋਲੋ ਕਰਿਆ ਕਰੋ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਆ, ਉਹਨਾਂ ਨੂੰ ਫੋਲੋ ਕਰਿਆ ਕਰੋ। ਤਿੰਨ ਮੰਗਾਂ ਜੇ ਤੁਝੇ ਧਿਆਏਂਦੇ। ਇੱਥੇ ਅੱਜ 9ਵੀਂ ਪੌੜੀ ਦੀ ਸਮਾਪਤੀ ਹੈ। ਆਸ ਕਰਦੇ ਹਾਂ ਕਿ ਆਪਾਂ ਸਾਰਿਆਂ ਨੇ ਅੱਜ ਇਸ ਬ੍ਰਹਮ ਗਿਆਨ ਦਾ ਆਨੰਦ ਲਿਆ ਹੈ। ਅੱਜ ਫੇਰ ਇਹਦੇ ਚੋਂ ਜਿਹੜਾ ਐਕਸਟ੍ਰੈਕਟ, ਜਿਹੜਾ ਤੱਤ ਨਿਕਲ ਕੇ ਆ ਰਿਹਾ ਸਾਹਮਣੇ, ਉਹ ਕੇਵਲ ਬੰਦਗੀ ਕਰਨਾ ਹੀ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੈ। ਬਾਕੀ ਗਿਆਨ ਹਾਸਲ ਕਰ ਲੈਣਾ, ਇਹ ਵੀ ਕਈ ਵਾਰੀ ਹਉਮੈ ਦੇ ਬੰਧਨਾਂ 'ਚ ਬੰਦੇ ਨੂੰ ਪਾ ਸਕਦਾ। ਕਈ ਲੋਕ ਅਖੀਰ ਤੱਕ ਇਹ ਗਿਆਨ ਹੀ ਪੜ੍ਹੀ ਜਾਂਦੇ ਆ, ਚਰਚਾ ਕਰੀ ਜਾਂਦੇ ਆ, ਪਰ ਬਾਬਾ ਨਾਨਕ ਕਹਿੰਦੇ ਆ ਵੀ ਲੇਖੇ 'ਚ ਤਾਂ ਇੱਕੋ ਗੱਲ ਹੈ, ਬਾਕੀ ਸਭ ਹਉਮੈ ਹੀ ਹੈ। ਉਹ ਭਾਵੇਂ ਭੇਖੀ ਬਣ ਜਾਓ, ਦੇਹੀ ਨੂੰ ਦੁੱਖ ਦੇ ਕੇ ਸਹੀ ਜਾਓ, ਤੀਰਥ ਯਾਤਰਾ ਕਰੀ ਜਾਓ, ਭੁੱਖੇ ਰਹੀ ਜਾਓ, ਨੰਗੇ ਪਿੰਡੇ ਰਹੀ ਜਾਓ, ਮੌਨ ਹੋ ਜਾਓ, ਗੁਰੂ ਦੀ ਕਿਰਪਾ ਤੋਂ ਬਿਨਾ ਬੰਦਾ ਜਾਗ ਨਹੀਂ ਸਕਦਾ। ਗੁਰੂ ਦੀ ਕਿਰਪਾ ਹੋਣੀ ਹੀ ਨਾਮ ਜਪਣ ਵਾਲਿਆਂ ਤੇ। ਮਾਇਆ ਦੀ ਨੀਂਦ 'ਚ ਸੁੱਤਾ ਬੰਦਾ ਕਰਤੇ ਪੁਰਖ ਦੀ ਕਿਰਪਾ ਤੋਂ ਬਿਨਾ ਜਾਗ ਨਹੀਂ ਸਕਦਾ। ਭੇਖ ਕਰਨ ਵਾਲੇ, ਪਖੰਡ ਕਰਨ ਵਾਲੇ ਇੰਨਾ ਜ਼ਿਆਦਾ ਬਾਬੇ ਨਾਨਕ ਨੇ ਰੁਤਬਾ ਦਿੱਤਾ ਕਿ ਉਹ ਆਪਣਾ ਇਨਸਾਨੀ ਰੁਤਬਾ ਹੀ ਗਵਾ ਬੈਠਦੇ ਆ। ਇਨਸਾਨੀ ਰੁਤਬਾ ਹੀ ਗਵਾ ਬੈਠਦੇ ਆ ਪਖੰਡਬਾਜ਼ੀ ਕਰਕੇ। ਪਰ ਜਿਹਦੇ ਤੇ ਕਰਤੇ ਪੁਰਖ ਦੀ ਕਿਰਪਾ ਹੋ ਜਾਂਦੀ ਹੈ, ਉਹ ਨਾਮ ਜਪਣ ਤੋਂ ਬਿਨਾਂ ਕੋਈ ਕਰਮ ਕਾਂਡ ਨਹੀਂ ਕਰਦੇ। ਉਹਨਾਂ ਨੂੰ ਇੱਕੋ ਰਾਸਤਾ ਕਰਤੇ ਪੁਰਖ ਤੱਕ ਲੈ ਕੇ ਜਾਂਦਾ, ਉਹ ਹੈ ਪ੍ਰਭੂ ਦੀ ਇਬਾਦਤ, ਕਰਤੇ ਪੁਰਖ ਦੀ ਭਗਤੀ, ਬੰਦਗੀ। ਤੇ ਉਹੀ ਪ੍ਰਕਾਸ਼ ਦਾ ਅੰਦਰਲੇ ਸ਼ਬਦ ਰੂਪੀ ਸੁੱਖ ਦਾ ਆਨੰਦ ਮਾਣਦੇ ਆ। ਭਗਤੀ ਕਰਦੇ ਕਰਦੇ, ਨਾਮ ਜਪਦੇ ਜਪਦੇ, ਉਹ ਨਾਮ ਜਿਹੜਾ ਹਿਰਦੇ 'ਚ ਟਿਕ ਜਾਂਦਾ ਹੈ, ਤੇ ਜਿਹਦੇ ਤੇ ਕਰਤੇ ਪੁਰਖ ਦੀ ਰਹਿਮਤ ਹੋ ਜੇ, ਉਹ ਫਿਰ ਪਰਮਾਤਮਾ ਦੀ ਨੇੜਤਾ ਹਾਸਲ ਕਰਦਾ। ਉਹ ਅਭਿਆਸੀ
ਆਸਾਂ ਫਿਕਰਾਂ ਤੋਂ ਨਿਰਲੇਪ ਹੋ ਜਾਂਦਾ ਤੇ ਸਿਰਫ ਭਗਤੀ ਦੇ ਨਾਲ ਹੀ ਪਰਮਾਤਮਾ ਦਾ ਮੇਲ ਹਾਸਲ ਕਰਦਾ ਹੈ। ਤੇ ਸਾਰ ਅੰਸ਼ ਜਿਹੜਾ ਇਹ ਲਾਸਟ ਲਾਈਨ ਦੇਖੋ, 3 ਮੰਗਾਂ ਜੇ ਤੁਝੇ ਤੇ ਆਏ ਨੇ। ਬੇਸ਼ੱਕ ਪ੍ਰਭੂ ਨੂੰ ਉਸ ਦੀ ਭਗਤੀ ਕਰਨ ਵਾਲੇ ਪਿਆਰੇ ਨੇ, ਪਰ ਬਾਬਾ ਨਾਨਕ ਨਤੀਜਾ ਕੀ ਕੱਢਦੇ ਕਿ ਜਿਹੜੇ ਐਸੀ ਬਿਰਤੀ ਵਾਲੇ ਲੋਕ ਨੇ, ਜਿਹੜੇ ਬੰਦਗੀ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਫਾਲੋ ਕਰੀਏ। 3 ਮੰਗਾਂ ਜੇ ਤੁਝੇ ਤੇ ਆਏ ਨੇ, ਉਹਨਾਂ ਦੇ ਪੈਰ 'ਚ ਪੈਰ ਰੱਖੀਏ, ਉਹਨਾਂ ਨੂੰ ਕਾਪੀ ਕਰੀਏ, ਜੋ ਵੀ ਤੇਰੀ ਬੰਦਗੀ ਕਰਦੇ ਆ, ਕਿਉਂਕਿ ਉਹਨਾਂ ਨੇ ਸਿੱਟਾ ਕੱਢ ਲਿਆ। ਬਾਬੇ ਨਾਨਕ ਨੇ ਸਿੱਟਾ ਕੱਢ ਲਿਆ। ਜਪੋ ਤਾਂ ਏਕੋ ਨਾਮਾ, ਅਵਰ ਨਿਰਾ ਫਲ ਕਾਮਾ।